ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਸਾਹਿਬੇ ਕਮਾਲ ਵਾਲੀਏ ਕੁਲ ਆਲਮ ਚਬਰ ਸ਼ਤਰ ਤਥਾ ਵਕਤ ਦੇ ਬਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਗੁਰੂ ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਪਾਵਨ ਬਾਣੀ ਸਿੱਧ ਗੋਸ਼ਟ ਜਿਸ ਦੀਆਂ 16 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਸਿੱਧਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਵਾਲ ਜਵਾਬ, ਪਰਮਾਰਥ ਦੇ ਰਸਤੇ ਦੇ, ਧਰਮ ਦੇ ਰਸਤੇ ਉੱਤੇ ਚੱਲਣ ਦੇ ਕੀ ਨਿਯਮ ਸਿੱਧਾਂ ਨੇ ਅਪਣਾਏ ਹੋਏ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨਿਯਮਾਂ ਨੂੰ ਕਿਵੇਂ ਗੁਰਮਤਿ ਦੇ ਅਨੁਕੂਲ ਸਮਝਾਉਂਦਿਆਂ ਹੋਇਆਂ ਉਹਨਾਂ ਨੂੰ ਸਹੀ ਰਸਤੇ ਉੱਤੇ ਪਾਇਆ। ਆਓ ਅਗਲੇਰੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਇੱਕ ਵਾਰ ਮੁਖਾਰ ਬਿੰਦ ਤੋਂ ਮਨ ਚਿੱਤ ਇਕਾਗਰ ਕਰਦੇ ਹੋਏ ਬੋਲਿਓ ਜੀ ਸਤਨਾਮ ਵਾਹਿਗੁਰੂ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। 17 ਨੰਬਰ ਪੌੜੀ, ਜਿਸ ਵਿੱਚ ਸਿੱਧਾਂ ਨੇ ਇਹ ਸਵਾਲ ਕੀਤਾ ਹੈ ਕਿ ਕਿਸ ਕਾਰਨ, ਕੀ ਕਾਰਨ ਹੈ ਜਿਸ ਕਾਰਨ ਦੇ ਨਾਲ ਤੁਸੀਂ ਇਹ ਜਿਹੜਾ ਘਰ ਹੈ ਇਸ ਨੂੰ ਤੁਸੀਂ ਛੱਡਿਆ ਹੈ ਤੇ ਉਦਾਸੀ ਬਣ ਗਏ ਹੋ। ਭਾਵ ਕਿ ਹਾਟੀ ਬਾਟੀ ਨੂੰ ਤੁਸੀਂ ਤਿਆਗ ਦਿੱਤਾ ਹੈ ਤੇ ਉਦਾਸੀ ਬਣ ਗਏ ਹੋ। ਕੀ ਕਾਰਨ ਹੈ? ਅਗਲਾ ਹੈ ਕਿਸ ਕਾਰਨ ਇਹ ਭੇਖ ਨਿਵਾਸੀ। ਕਹਿੰਦੇ ਇਹ ਕਿਹੜਾ ਕਾਰਨ ਹੈ, ਤੁਸੀਂ ਕਿਉਂ ਉਦਾਸੀਆਂ ਵਾਲਾ ਇਹ ਭੇਖ ਧਾਰਨ ਕੀਤਾ ਹੋਇਆ ਹੈ। ਕਿਸ ਵਖਰ ਕੇ ਤੁਮ ਵਣਜਾਰੇ, ਤੁਸੀਂ ਕਿਹੜੇ ਸੌਦੇ ਦੇ ਵਪਾਰੀ ਹੋ। ਵਖਰ ਦਾ ਅਰਥ ਹੈ ਸੌਦਾ। ਕਿਉਂ ਕਰ ਸਾਥ ਲੰਘਾਵੋ ਪਾਰੇ, ਤੁਸੀਂ ਆਪਣੇ ਸੰਗੀਆਂ ਸਾਥੀਆਂ ਨੂੰ, ਸਿੱਖਾਂ ਨੂੰ ਜਾਂ ਆਪਣੇ ਅਨੁਯਾਈ ਜਿਹੜੇ ਤੁਸੀਂ ਲੋਕ ਆਪਣੇ ਨਾਲ ਜੋੜੇ ਹਨ ਇਹਨਾਂ ਨੂੰ ਤੁਸੀਂ ਕਿਵੇਂ ਪਾਰ ਲੰਘਾਓਗੇ। ਤੁਸੀਂ ਇਸ ਦਾ ਸਾਨੂੰ ਜਵਾਬ ਦਿਓ। ਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਵਿੱਚ, ਸਹਿਜ ਦੇ ਵਿੱਚ ਜਵਾਬ ਦਿੱਤਾ ਹੈ। ਕਹਿੰਦੇ ਗੁਰਮਤਿ ਖੋਜਤ ਭਏ ਉਦਾਸੀ। ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਕਹਿੰਦੇ ਜਿਹੜਾ ਗੁਰੂ ਦੀ ਮੱਤ ਵਾਲਾ ਹੈ, ਚੰਗੇ ਸ੍ਰੇਸ਼ਟ ਗਿਆਨ ਵਾਲਾ ਹੈ, ਸੱਚ ਨਾਲ ਜੁੜਿਆ ਹੋਇਆ ਕੋਈ ਗੁਰਮੁਖ ਪਿਆਰਾ ਹੈ, ਕਹਿੰਦੇ ਅਸੀਂ ਉਸ ਨੂੰ ਖੋਜਣ ਦੇ ਲਈ ਉਦਾਸੀ ਬਣੇ ਹਾਂ।
ਉਹਨਾਂ ਨੂੰ ਅਸੀਂ ਲੱਭਣ ਦੇ ਲਈ ਜਿਹੜੇ ਰੱਬ ਦੇ ਨਾਲ ਜੁੜ ਚੁੱਕੇ ਨੇ, ਜਿਹੜੇ ਪਰਮਾਤਮਾ ਨੂੰ ਪਾ ਚੁੱਕੇ ਨੇ, ਜਿਹੜੇ ਪਰਮਾਰਥ ਦੇ ਰਸਤੇ ਉੱਤੇ ਚੱਲ ਰਹੇ ਨੇ ਤੇ ਹੋਰਾਂ ਨੂੰ ਚਲਾ ਰਹੇ ਨੇ, ਉਹਨਾਂ ਨੂੰ ਲੱਭਣ ਦੇ ਲਈ, ਢੂੰਡਣ ਦੇ ਲਈ ਅਸੀਂ ਉਦਾਸੀ ਬਣੇ ਹੋਏ ਹਾਂ, ਵੈਰਾਗੀ ਹੋ ਗਏ ਹਾਂ। ਦਰਸ਼ਨ ਕੈ ਤਾਈ ਭੇਖ ਨਿਵਾਸੀ, ਕਹਿੰਦੇ ਅਸਾਂ ਉਹਨਾਂ ਗੁਰਮੁਖਾਂ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਆਪਣਾ ਜਿਹੜਾ ਭੇਖ ਹੈ ਉਦਾਸੀ ਵਾਲਾ ਧਾਰਨ ਕੀਤਾ ਹੈ, ਤਾਂ ਕਿ ਉਹਨਾਂ ਗੁਰਮੁਖ ਪਿਆਰਿਆਂ ਨੂੰ ਲੱਭ ਕੇ ਉਹਨਾਂ ਨਾਲ ਗੁਰਮਤਿ ਵਿਚਾਰ ਚਰਚਾ ਕਰੀਏ, ਤਾਂ ਕਿ ਉਸ ਸੱਚੇ ਦੇ ਅਸੀਂ ਮਿਲ ਕੇ ਗੁਣ ਗਾ ਸਕੀਏ ਤੇ ਹੋਰਾਂ ਨੂੰ ਗਵਾ ਸਕੀਏ। ਕਹਿੰਦੇ ਇਸ ਖਾਤਰ ਮੈਂ ਇਹ ਜਿਹੜਾ ਭੇਖ ਹੈ ਇਹ ਧਾਰਿਆ ਹੋਇਆ ਹੈ। ਸਾਚ ਵੱਖਰ ਕੇ ਹਮ ਵਣਜਾਰੇ, ਸਵਾਲ ਕੀਤਾ ਸੀ ਵੀ ਤੁਸੀਂ ਕਿਹੜੇ ਸੌਦੇ ਦੇ ਵਪਾਰੀ ਹੋ। ਗੁਰੂ ਪਾਤਸ਼ਾਹ ਜੀ ਕਹਿੰਦੇ ਸੱਚੇ ਵੱਖਰ ਭਾਵ ਕਿ ਸੱਚੇ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਰੂਪੀ ਸੌਦੇ ਦੇ ਅਸੀਂ ਵਪਾਰੀ ਹਾਂ। ਨਾਨਕ ਗੁਰਮੁਖ ਉਤਰ ਸਪਾਰੇ, ਕਹਿੰਦੇ ਇਹ ਨਾਨਕ ਜਿਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਹੈ, ਗੁਰਮੁਖ ਬਣ ਕੇ ਚੱਲਦਾ ਹੈ, ਕਹਿੰਦੇ ਉਹ ਇਸ ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘ ਜਾਂਦਾ ਹੈ। ਕਿਉਂਕਿ ਗੱਲ ਪਾਰ ਲੰਘਣ ਦੀ ਹੈ। ਪਾਰ ਉਹੀ ਲੰਘ ਸਕਦਾ ਜਿਹੜਾ ਗੁਰੂ ਗਿਆਨ ਦੀ ਕਿਰਪਾ ਦੇ ਦੁਆਰਾ ਆਪਣੇ ਆਪ ਦੀ ਖੋਜ ਸ਼ੁਰੂ ਕਰ ਦਿੰਦਾ ਹੈ। ਭਗਤ ਪੀਪਾ ਜੀ ਬੜਾ ਸੋਹਣਾ ਬਿਆਨ ਕਰਦੇ ਨੇ, ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਕਹਿੰਦੇ ਜਿਹੜਾ ਕੁਛ ਬ੍ਰਹਮੰਡ ਦੇ ਵਿੱਚ ਹੈ ਉਹੀ ਇਸ ਸਰੀਰ ਪਿੰਡ ਦੇ ਵਿੱਚ ਹੈ, ਕਿਉਂਕਿ ਬ੍ਰਹਮੰਡ ਵੀ 5 ਤੱਤਾਂ ਦਾ ਬਣਿਆ ਹੋਇਆ, ਇਹ ਸਰੀਰ ਵੀ 5 ਤੱਤਾਂ ਦਾ ਬਣਿਆ ਹੋਇਆ। ਇਸੇ ਕਰਕੇ ਕਹਿੰਦੇ ਬਾਹਰ ਖੋਜਣ ਦੀ ਥਾਂ ਤੋਂ ਆਪਣੇ ਅੰਦਰ ਖੋਜਣਾ ਸ਼ੁਰੂ ਕਰ। ਅਗਲੀ ਪੌੜੀ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਿੱਧਾ ਨੇ ਫਿਰ ਸਵਾਲ ਕੀਤਾ, ਕਹਿੰਦੇ ਕਿਤ ਬਿਦ ਪੁਰਖਾ ਜਨਮ ਬਟਾਇਆ, ਕਾਹੇ ਕਉ ਤੁਝ ਇਹ ਮਨ ਲਾਇਆ। ਕਹਿੰਦੇ ਹੇ ਪੁਰਖ, ਹੇ ਨਾਨਕ, ਤੂੰ ਇਸ ਗੱਲ ਨੂੰ ਸਮਝਾ ਕਿ ਤੂੰ ਆਪਣੇ ਇਸ ਜੀਵਨ ਦਾ ਪਲਟਾ ਕਿਵੇਂ ਮਾਰਿਆ ਹੈ। ਜਨਮ ਬਟਾਇਆ ਦਾ ਅਰਥ ਹੈ ਮਾਇਆ ਮੋਹ ਦੇ ਵਿੱਚੋਂ ਤੂੰ ਨਿਕਲ ਕੇ ਇਸ ਗੁਰਮਤਿ ਵਾਲੇ ਰਾਹ ਉੱਤੇ ਕਿਵੇਂ ਚੱਲਿਆ। ਕਾਹੇ ਕਉ ਤੁਝ ਇਹ ਮਨ ਲਾਇਆ, ਕਹਿੰਦੇ ਤੂੰ ਆਪਣਾ ਮਨ ਕਿਸ ਤਰੀਕੇ ਨਾਲ ਜੋੜਿਆ ਹੈ ਇਹ ਦੱਸ ਤੂੰ। ਕਿਉਂਕਿ ਮਨ ਪੰਖੀ ਭਇਓ ਉੱਡਦਾ ਦਿਸ ਜਾਏ। ਗੁਰਮਤਿ ਵੀ ਇਸ ਗੱਲ ਨੂੰ ਪ੍ਰਵਾਨ ਕਰਦੀ ਹੈ ਵੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਚੰਚਲ ਹੈ। ਚੰਚਲ ਦਾ ਅਰਥ ਹੈ ਵੀ ਇਹ ਨਿਆਣਿਆਂ ਦੇ ਵਾਂਗੂ ਭੁੜਕਦਾ ਫਿਰਦਾ ਹੈ, ਕਦੇ ਇਸ ਪਾਸੇ ਕਦੇ ਉਸ ਪਾਸੇ, ਕਦੇ ਉੱਧਰ ਚਲਿਆ ਗਿਆ ਕਦੇ ਉੱਧਰ, ਕਦੇ ਉਹ ਖੇਡ ਨੂੰ ਚੁੱਕ ਲਿਆ ਕਦੇ ਉਸ ਵਿੱਚ ਮਸਤ ਹੋ ਗਿਆ। ਭਾਵ ਕਿ ਸੰਸਾਰ ਦੀਆਂ ਖੇਡਾਂ ਦੇ ਵਿੱਚ ਮਸਤ ਹੋਇਆ ਰਹਿੰਦਾ। ਕਿਤ ਬਿਦ ਆਸਾ ਮਨਸਾ ਖਾਈ, ਕਹਿੰਦੇ ਮਨ ਦੀਆਂ ਜਿਹੜੀਆਂ ਆਸ਼ਾਵਾਂ ਸੀ, ਫੁਰਨੇ ਸੀ, ਉਹ ਤੂੰ ਕਿਵੇਂ ਮੁਕਾ ਲਏ। ਖਾਈ ਦਾ ਅਰਥ ਹੈ ਮੁਕਾ ਲੈਣਾ। ਕਿਤ ਬਿਦ ਜੋਤ ਨਿਰੰਤਰ ਪਾਈ, ਕਹਿੰਦੇ ਕਿਸ ਤਰੀਕੇ ਦੇ ਨਾਲ ਨਿਰੰਤਰ ਜਗ ਰਹੀ ਜੋਤ ਜਿਹੜੀ ਆ ਇੱਕ ਰਸ ਰੱਬੀ ਪ੍ਰਕਾਸ਼ ਹੈ, ਜਿਹੜਾ ਚਾਨਣ ਹੈ, ਉਸ ਨੂੰ ਤੂੰ ਕਿਵੇਂ ਪ੍ਰਾਪਤ ਕੀਤਾ। ਬਿਨ ਦੰਤਾਂ ਕਿਉਂ ਖਾਈਐ ਸਾਰ, ਕਹਿੰਦੇ ਇਸ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾਂ ਦੰਦਾਂ ਦੇ ਲੋਹੇ ਨੂੰ ਚੱਬਣਾ। ਕਹਿੰਦੇ ਫਿਰ ਤੁਸੀਂ ਇਸ ਮਾਇਆ ਨੂੰ ਕਿਵੇਂ ਚੱਬ ਲਿਆ ਹੈ, ਭਾਵ ਕਿ ਕਿਵੇਂ ਇਸ ਮਾਇਆ ਤੋਂ ਦੂਰੀ ਬਣਾ ਲਈ ਹੈ। ਨਾਨਕ ਸਾਚਾ ਕਰੋ ਵਿਚਾਰ, ਜੋ ਵੀ ਕਹਿੰਦੇ ਇਹ ਨਾਨਕ ਜੀ ਤੁਸੀਂ ਕੋਈ ਸਹੀ ਵਿਚਾਰ ਦੱਸੋ, ਕੋਈ ਐਸਾ ਵਿਚਾਰ ਦੱਸੋ ਜਿਹੜਾ ਸਾਡੇ ਅੰਦਰ ਘਰ ਕਰ ਜਾਏ, ਮਨ ਵਿੱਚ ਲੱਗ ਜਾਏ। ਤੇ ਗੁਰੂ ਪਾਤਸ਼ਾਹ ਜੀ ਅੱਗੇ ਇਸ ਜਿਹੜੀ ਪੌੜੀ ਦਾ ਹੈ ਉਹ ਅਗਲੀ ਪੌੜੀ ਦੇ ਵਿੱਚ ਜਵਾਬ ਦਿੰਦੇ ਨੇ, ਉੱਤਰ ਦਿੰਦੇ ਨੇ ਇਹਨਾਂ ਪ੍ਰਸ਼ਨਾਂ ਦੇ। ਕਹਿੰਦੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਕਹਿੰਦੇ ਜਦੋਂ ਮੇਰਾ ਜਨਮ ਸਤਿਗੁਰੂ ਸ਼ਬਦ ਦੇ ਘਰ ਦੇ ਵਿੱਚ ਹੋ ਗਿਆ ਤਾਂ ਕਹਿੰਦੇ ਅਸਾਂ ਨੇ ਇਸ ਜਨਮ ਨੂੰ ਬਟਾ ਲਿਆ ਹੈ, ਪਿਛਲੇ ਨੂੰ ਮਿਟਾ ਲਿਆ।
ਸੱਚੇ ਜਿਉਂ-ਜਿਉਂ ਅਸੀਂ ਸਤਿਗੁਰੂ ਦੀ ਸੱਚੇ ਸ਼ਬਦ ਦੇ ਉੱਤੇ ਚੱਲ ਕੇ ਸਿੱਖਿਆ ਦੇ ਨਾਲ ਜੁੜਦੇ ਗਏ, ਜੋ ਅਕਾਲ ਪੁਰਖ ਦਾ ਬਚਨ ਸੀ ਉਸ ਨੂੰ ਅੰਦਰ ਮੰਨ ਕੇ ਧਾਰਨ ਕਰਕੇ ਅਸੀਂ ਉਸ ਦੇ ਉੱਪਰ ਚੱਲਦੇ ਗਏ, ਪਹਿਰਾ ਦਿੰਦੇ ਗਏ, ਜਿਸ ਕਾਰਨ ਸਾਡਾ ਜਿਹੜਾ ਇਹ ਜਨਮ ਹੈ ਇਹ ਅਸੀਂ ਬਦਲ ਲਿਆ। ਅਨਹਤ ਰਾਤੇ ਇਹ ਮਨ ਲਾਇਆ। ਹੁਣ ਇਹ ਸਵਾਲ ਸੀਗਾ ਉਹਨਾਂ ਸਿੱਧਾਂ ਦਾ ਕਿ ਜਿਹੜਾ ਤੁਸੀਂ ਮਨ ਕਿਵੇਂ ਮਾਇਆ ਵਾਲੇ ਪਾਸਿਓਂ ਛੁੱਟ ਕੇ ਨਾਮ ਵਾਲੇ ਪਾਸੇ ਲਾ ਲਿਆ ਹੈ। ਸਤਿਗੁਰੂ ਕਹਿੰਦੇ ਅਨਹਤ ਰਾਤੇ, ਅਨਹਤ ਵਿੱਚ ਭਾਵ ਕਿ ਇੱਕ ਰਸ ਪ੍ਰਭੂ ਪਰਮਾਤਮਾ ਦੇ ਵਿੱਚ, ਰਾਤੇ ਦਾ ਅਰਥ ਹੈ ਰੰਗੇ ਜਾ। ਕਹਿੰਦੇ ਅਸੀਂ ਉਸ ਇੱਕ ਦੇ ਵਿੱਚ ਰੰਗੇ ਗਏ ਹਾਂ, ਇਸ ਮਨ ਨੂੰ ਅਸੀਂ ਉਸ ਇੱਕ ਨਾਮ ਰਸ ਦੇ ਵਿੱਚ ਟਿਕਾ ਲਿਆ। ਮਨਸਾ ਆਸਾ ਸ਼ਬਦ ਜਲਾਈ। ਹੁਣ ਅਗਲਾ ਸਵਾਲ ਸੀ ਉਹਨਾਂ ਦਾ, ਕਿਤ ਵਿਦ ਆਸਾ ਮਨਸਾ ਖਾਈ। ਕਹਿੰਦੇ ਅਸੀਂ ਜਿਹੜੀ ਮਨਸਾ ਆਸਾ ਸੀ ਇਹ ਸ਼ਬਦ ਦੇ ਦੁਆਰਾ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਮਾਲਕ ਨੇ ਬਖਸ਼ਿਆ ਹੈ, ਕਹਿੰਦੇ ਉਸ ਦੇ ਦੁਆਰਾ ਇਹਨਾਂ ਆਸ਼ਾ ਤੇ ਮਨਸ਼ਾਵਾਂ ਨੂੰ ਅਸੀਂ ਸਾੜ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਹੁਣ ਸਾਡੇ ਮਨ ਦੇ ਵਿੱਚੋਂ ਬਾਕੀ ਆਸ਼ਾਵਾਂ ਛੁੱਟ ਚੁੱਕੀਆਂ ਹਨ, ਖਤਮ ਹੋ ਚੁੱਕੀਆਂ ਹਨ। ਇੱਕੋ ਹੈ, ਉਹ ਹੈ ਮਾਲਕ ਦੀ ਆਸ। ਆਸਾਂ ਸਭੈ ਲਾਕੈ, ਇੱਕੋ ਆਸ ਕਮਾਓ। ਉਹ ਇੱਕ ਮਾਲਕ ਦੀ ਹੀ ਆਸ ਸਾਡੇ ਅੰਦਰ ਵਸੀ। ਗੁਰਮੁਖ ਜੋਤ ਨਿਰੰਤਰ ਪਾਈ। ਤੇ ਜਿਹੜੀ ਨਿਰੰਤਰ ਇੱਕ ਰਸ ਜੋਤ ਜਗ ਰਹੀ ਸੀ ਉਹ ਗੁਰੂ ਦੇ ਸਨਮੁਖ ਹੋ ਕੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਗੁਰੂ ਤੋਂ ਬੇਮੁਖ ਹੋ ਕੇ ਉਹ ਜੋਤ ਪਾਈ ਨਹੀਂ ਜਾ ਸਕਦੀ। ਤ੍ਰੈ ਗੁਣ ਮੇਟੇ ਖਾਈਐ ਸਾਰ। ਤ੍ਰੈ ਗੁਣ, ਮਾਇਆ ਦੇ ਤਿੰਨ ਗੁਣ ਨੇ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ, ਭਾਵ ਕਿ ਅਗਿਆਨ, ਪ੍ਰਵਿਰਤੀ, ਗਿਆਨ। ਇਹ ਜਿਹੜੀਆਂ ਪ੍ਰਕਿਰਤੀ ਦੇ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਨੇ ਉਹਨਾਂ ਨੂੰ ਕਹਿੰਦੇ ਪਰਮਾਤਮਾ ਰੱਬੀ ਪ੍ਰਕਾਸ਼ ਚਾਨਣ ਦੀ ਬਖਸ਼ਿਸ਼ ਦੇ ਨਾਲ ਅਸੀਂ ਉਹਨਾਂ ਜਿਹੜੀਆਂ ਇਸ ਸੰਸਾਰ ਦੇ ਵਿੱਚ ਉਲਝਾਈ ਰੱਖਦੀਆਂ ਮਨਸ਼ਾਵਾਂ ਹਨ ਉਹਨਾਂ ਨੂੰ ਅਸੀਂ ਆਪਣੇ ਸਹਿਜ ਸੁਭਾਅ ਵਿੱਚ ਆ ਕੇ ਖਾ ਲਿਆ ਹੈ, ਭਾਵ ਕਿ ਲੋਹਾ ਚੱਬਿਆ ਗਿਆ ਹੈ। ਗੱਲ ਹੈ ਬਿਨ ਦੰਤਾਂ ਕਿਉਂ ਖਾਈਏ ਸਾਰ। ਤੇ ਉਹ ਬਿਨ ਦੰਤਾਂ ਤੋਂ ਜਿਹੜਾ ਸਾਰ ਖਾਧਾ ਹੈ, ਲੋਹਾ ਖਾਧਾ ਹੈ, ਉਹ ਕੀ ਹੈ? ਇਹਨਾਂ ਆਸ਼ਾ ਮਨਸ਼ਾਵਾਂ ਨੂੰ ਪਰਮਾਤਮਾ ਦੇ ਗੁਣਾਂ ਦੇ ਵਿੱਚ ਲੱਗ ਕੇ ਤਿਆਗ ਦਿੱਤਾ ਹੈ, ਛੱਡ ਕੇ ਅਸੀਂ ਇਸ ਵਾਲੇ ਪਾਸੇ ਆਏ ਹਾਂ। ਨਾਨਕ ਤਾਰੇ ਤਾਰਨਹਾਰ। ਕਹਿੰਦੇ ਪਰ ਹੇ ਨਾਨਕ, ਇਸ ਦੁਤਰ ਸਾਗਰ ਤੋਂ ਤਾਰਨ ਦੇ ਸਮਰੱਥ ਪ੍ਰਭੂ ਮਾਲਕ ਆਪ ਹੈ, ਜਿਹੜਾ ਸਾਰੇ ਜੀਵਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਚੇਤਾ ਰੱਖਿਓ ਜੀ, ਸਾਗਰ ਜਾਂ ਸਮੁੰਦਰ ਨਦੀ ਦੇ ਵਿੱਚੋਂ ਤਰਨ ਦੇ ਲਈ ਇੱਕ ਤਾਂ ਮਨੁੱਖ ਬੇੜੀ ਬਣਾ ਕੇ ਪਾਰ ਲੰਘ ਸਕਦਾ ਹੈ, ਵੀ ਆਪ ਦੀ ਕੋਈ ਬੇੜੀ ਹੋਵੇ। ਦੂਜਾ ਹੈ ਵੀ ਉਹ ਮਨੁੱਖ ਤਰਨਾ ਜਾਣਦਾ ਹੋਵੇ। ਉਸ ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘਣ ਦੇ ਲਈ, ਸਾਗਰ ਵਿੱਚੋਂ ਪਾਰ ਲੰਘਣ ਦੇ ਲਈ ਜਾਂ ਤਾਂ ਬੰਦੇ ਕੋਲ ਬੇੜੀ ਹੋਣੀ ਚਾਹੀਦੀ, ਕਿਸ਼ਤੀ ਹੋਣੀ ਚਾਹੀਦੀ ਹੈ, ਜਾਂ ਉਹਨੂੰ ਤੈਰਨਾ ਆਉਣਾ ਚਾਹੀਦਾ, ਜਾਂ ਫਿਰ ਉਹਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਪਵੇਗੀ ਜਿਹੜਾ ਕਿਸ਼ਤੀ ਵਾਲਾ ਹੋਵੇ, ਜਹਾਜ਼ ਹੋਵੇ, ਜਿਹੜਾ ਉਸ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਵੇ, ਸਮੁੰਦਰ ਤੋਂ ਪਾਰ ਲੈ ਜਾਵੇ। ਇਵੇਂ ਹੀ ਇਹ ਜਿਹੜਾ ਸੰਸਾਰ ਰੂਪੀ ਸਾਗਰ ਹੈ, ਇਹ ਤੋਂ ਪਾਰ ਲੰਘਣ ਦੇ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਕੋਲ ਜਾਂ ਤਾਂ ਨਾਮ ਰੱਬੀ ਬਖਸ਼ਿਸ਼ ਹੋਣੀ ਚਾਹੀਦੀ ਹੈ, ਤੇਰੀ ਘਾਲਣਾ ਕਮਾਈ ਇੰਨੀ ਹੋਣੀ ਚਾਹੀਦੀ ਹੈ ਵੀ ਤੈਨੂੰ ਕਿਸੇ ਆਸਰੇ ਦੀ ਲੋੜ ਨਾ ਪਵੇ, ਜਾਂ ਫਿਰ ਸਿੱਧਾ ਤੂੰ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦੇ, ਆਪਣਾ ਆਪ ਗੁਰੂ ਅੱਗੇ ਵੇਚ ਦੇ ਤਾਂ ਕਿ ਤੂੰ ਗੁਰੂ ਦੇ ਅੱਗੇ ਪ੍ਰਵਾਨ ਹੋ ਸਕੇ। ਹੁਣ ਗੱਲ ਸੀ ਵੀ ਇਸ ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘਣ ਦੇ ਲਈ ਕੇਵਲ ਤੇ ਕੇਵਲ ਮਾਲਕ ਪਰਮਾਤਮਾ ਦੇ ਅਸੀਂ ਗੁਣ ਗਾ ਕੇ ਪਾਰ ਲੰਘ ਸਕਦੇ ਹਾਂ। ਅਗਲਾ ਸਵਾਲ ਕੀਤਾ, ਜੋਗੀਆਂ ਨੇ ਪੁੱਛਿਆ ਕਿ ਆਦ ਕਉ ਕਵਣ ਵਿਚਾਰ ਕਤੀਲੇ ਸੁਨ ਕਹਾਂ ਘਰ ਵਾਸੋ। ਜੋਗੀਆਂ ਨੇ ਸਵਾਲ ਕੀਤਾ, ਕਹਿੰਦੇ ਤੁਸੀਂ ਸ੍ਰਿਸ਼ਟੀ ਦੇ
ਮੁੱਢ ਦਾ ਕੀ ਵਿਚਾਰ ਦੱਸਦੇ ਹੋ। ਆਦਿ ਕੋ ਕਵਣ ਵਿਚਾਰ ਕਥੀਅਲ। ਕਹਿੰਦੇ ਤੁਸੀਂ ਇਸ ਸੰਸਾਰ ਦੀ ਆਰੰਭਤਾ ਕਿਵੇਂ ਮੰਨਦੇ ਹੋ, ਕਿਵੇਂ ਵਿਚਾਰ ਦੱਸਦੇ ਹੋ। ਸੁਣ ਕਹਾਂ ਕਰ ਵਾਸੋ, ਉਸ ਅਫੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ। ਜਦੋਂ ਆਦਿ ਦੇ ਵਿੱਚ ਕੀ ਸੀ, ਕਿਵੇਂ ਸੀ, ਤੇ ਜੇ ਨਹੀਂ ਸੀ ਤਾਂ ਫਿਰ ਉਹਦਾ ਜਿਹੜਾ ਟਿਕਾਣਾ ਸੀ ਆਦਿ ਤੋਂ ਪਹਿਲਾਂ ਕਿੱਥੇ ਸੀ, ਕਿਵੇਂ ਮੌਜੂਦ ਸੀ। ਗਿਆਨ ਕੀ ਮੁਦਰਾ ਕਵਣ ਕਥੀਅਲੇ, ਘਟ ਘਟ ਕਵਣ ਨਿਵਾਸੋ। ਕਹਿੰਦੇ ਪਰਮਾਤਮਾ ਨਾਲ ਜਾਣ ਪਛਾਣ ਦਾ ਕੀ ਸਾਧਨ ਹੈ, ਕਿਸ ਤਰੀਕੇ ਨਾਲ ਉਸ ਮਾਲਕ ਦੇ ਨਾਲ ਜੁੜਿਆ ਜਾ ਸਕਦਾ ਹੈ, ਤੇ ਉਹ ਹਰੇਕ ਘਟ ਘਟ ਦੇ ਵਿੱਚ ਕਿਵੇਂ ਨਿਵਾਸ ਕਰਦਾ ਹੈ। ਇਹ ਸਵਾਲ ਨੇ, ਤੇ ਇਹੀ ਸਵਾਲ ਮੇਰੇ ਖਿਆਲ ਦੇ ਵਿੱਚ ਅੱਜ ਵੀ ਬਹੁਤ ਲੋਕਾਂ ਦੇ ਮਨ ਦੇ ਵਿੱਚ ਹੈ ਵੀ ਉਹ ਮਾਲਕ ਦਾ ਘਰ ਕਿੱਥੇ ਹੈ, ਉਸ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਉਹਦੀ ਪਹਿਚਾਣ ਕੀ ਹੈ ਵੀ ਇਹ ਰੱਬ ਹੈ, ਮਾਲਕ ਹੈ, ਅਕਾਲ ਪੁਰਖ ਹੈ, ਪ੍ਰਭੂ ਹੈ, ਪਰਮਾਤਮਾ ਹੈ, ਹਰੀ ਹੈ। ਇਹੀ ਸਵਾਲ ਜਿਨ੍ਹਾਂ ਨੇ ਕੀਤੇ। ਕਾਲ ਕਾ ਠਿੰਗਾ ਕਿਉਂ ਜਲਾਈਐ, ਜਲਾਈਐ ਕਿਉਂ ਨਿਰਭਉ ਕਰ ਜਾਈਐ। ਕਹਿੰਦੇ ਜਿਹੜੀ ਕਾਲ ਦੀ ਚੋਟ ਹੈ ਉਸ ਨੂੰ ਕਿਵੇਂ ਮੁਕਾਇਆ ਜਾ ਸਕਦਾ ਹੈ, ਭਾਵ ਕਿ ਮੌਤ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ। ਨਿਰਭੈਤਾ ਦੇ ਦਰਜੇ ਤੇ ਕਿਵੇਂ ਜਾ ਸਕੀਦਾ ਹੈ। ਨਿਰਭੈਤਾ ਕਿ ਅੰਦਰੋਂ ਸਾਡੇ ਡਰ, ਫਿਕਰ, ਤੌਖਲੇ, ਸੰਸੇ ਮੁੱਕ ਜਾਣ, ਅਸੀਂ ਨਿਰਭੈ ਦੇ ਵਿੱਚ ਆ ਸਕੀਏ, ਸਾਡੇ ਵਿੱਚੋਂ ਬਾਕੀ ਸਾਰੇ ਡਰ ਖਤਮ ਹੋ ਜਾਣ। ਇਹ ਕਿਵੇਂ ਹੋ ਸਕਦਾ ਹੈ। ਤਾਂ ਅਗਲਾ ਫਿਰ ਸਵਾਲ ਕੀਤਾ, ਕਹਿੰਦੇ ਸਹਿਜ ਸੰਤੋਖ ਕਾ ਆਸਣ ਜਾਣੈ, ਕਿਉਂ ਛੇਦੇ ਬਹਿ ਰਹੀਏ। ਕਹਿੰਦੇ ਕਿਵੇਂ ਹਉਮੈ ਦਾ ਨਾਸ਼ ਹੋ ਸਕਦਾ ਹੈ, ਕਿਵੇਂ ਸਹਿਜ ਤੇ ਸੰਤੋਖ ਦੇ ਆਸਣ ਦੀ ਜਿਹੜੀ ਪਹਿਚਾਣ ਹੋ ਸਕਦੀ ਹੈ, ਜਿਸ ਦੇ ਨਾਲ ਸਾਨੂੰ ਸਹਿਜ ਤੇ ਸੰਤੋਖ ਪ੍ਰਾਪਤ ਹੋ ਸਕੇ। ਇਸ ਦੀ ਵਿਚਾਰ ਦਿਓ। ਤਾਂ ਗੁਰੂ ਸਾਹਿਬ ਨੇ ਸਹਿਜ ਦੇ ਵਿੱਚ ਹੀ ਇੱਕ ਉੱਤਰ ਦਿੱਤਾ। ਕਹਿੰਦੇ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਾਂ ਨਿਜ ਕਰ ਹੋਵੈ ਵਾਸੋ। ਕਹਿੰਦੇ ਜੇਕਰ ਕੋਈ ਮਨੁੱਖ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਪ੍ਰਕਾਸ਼ ਕਰ ਲੈਂਦਾ ਹੈ, ਚਾਨਣ ਕਰ ਲੈਂਦਾ ਹੈ, ਜਿਹੜਾ ਗੁਰੂ ਦੇ ਦੱਸੇ ਹੋਏ ਰਾਹ ਨੂੰ ਅਪਣਾ ਲੈਂਦਾ ਹੈ, ਕਹਿੰਦੇ ਉਸ ਦੇ ਵਿੱਚੋਂ ਹਉਮੈ ਮਰ ਜਾਂਦੀ ਹੈ। ਜਦੋਂ ਹਉਮੈ ਅੰਦਰੋਂ ਮਰ ਗਈ ਤਾਂ ਫਿਰ ਉਹਦਾ ਜਿਹੜਾ ਅੰਦਰ ਆਤਮਾ ਹੈ ਉਹ ਸੱਚ ਦੇ ਵਿੱਚ ਟਿਕਣ ਲੱਗ ਪੈਂਦਾ ਹੈ। ਚੇਤਾ ਰੱਖਿਓ, ਹਉਮੈ ਬੜਾ ਸੂਖਸ਼ਮ ਰੋਗ ਹੈ। ਇੰਨਾ ਕੁ ਸੂਖਸ਼ਮ ਹੈ ਕਿ ਮਨੁੱਖ ਨੂੰ ਸ਼ਾਇਦ ਆਪਣੇ ਵਿੱਚ ਦਿਸੇ ਨਾ ਦਿਸੇ, ਪਰ ਇਹ ਪ੍ਰਗਟ ਹੋਣ ਲੱਗਿਆ ਬਹੁਤ ਵੱਡਾ ਹੈ ਵੀ ਮੈਂ ਕੁਝ ਹਾਂ, ਮੈਂ ਕੁਝ ਕਰਨ ਵਾਲਾ ਹਾਂ, ਮੈਂ ਕੁਝ ਬਿਆਨ ਕਰਨ ਵਾਲਾ ਹਾਂ, ਮੈਂ ਵਿਚਾਰ ਦੇਣ ਵਾਲਾ ਹਾਂ। ਮੇਰੇ ਵਰਗਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਧਰਮਾਤਮਾ ਨਹੀਂ, ਮੇਰੇ ਵਰਗਾ ਕੋਈ ਪ੍ਰਚਾਰਕ ਨਹੀਂ, ਰਾਗੀ ਢਾਡੀ ਪੁਲਿਸ ਨਹੀਂ, ਮੇਰੇ ਵਰਗਾ ਕੋਈ ਲੀਡਰ ਨਹੀਂ, ਮੇਰੇ ਵਰਗਾ ਕੋਈ ਮੰਤਰੀ ਨਹੀਂ। ਹਉਮੈ ਹੈ ਹੀ ਐਸਾ ਵੀ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਅਕਾਲ ਪੁਰਖ ਪਰਮਾਤਮਾ ਜੀ ਦੇ ਰੱਬੀ ਸ਼ਬਦ ਦੇ ਵਿੱਚ ਜੁੜ ਜਾਵੇਂਗਾ, ਉਹਦਾ ਚਾਨਣ ਤੇਰੇ ਅੰਦਰ ਹੋ ਜਾਵੇਗਾ। ਚੇਤਾ ਰੱਖਿਓ, ਪੜ੍ਹ ਲੈਣਾ, ਸੁਣ ਲੈਣਾ ਇਹ ਅਲੱਗ ਹੈ, ਪਰ ਪੜ੍ਹ ਕੇ ਸੁਣ ਕੇ ਉਸ ਨੂੰ ਮੰਨ ਲੈਣਾ ਇਹ ਪ੍ਰਵਾਨਗੀ ਹੈ। ਸਤਿਗੁਰੂ ਵੀ ਇਹੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੈ। ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਸਤ ਕਰਕੇ ਮੰਨੀ ਹੈ, ਪਰਪੱਕਤਾ ਦੇ ਨਾਲ ਜੀਵਨ ਵਿੱਚ ਅਪਣਾਈ ਹੈ, ਉਹਨਾਂ ਦਾ ਹੀ ਗਾਇਆ ਸੁਣਿਆ ਹੋਇਆ ਥਾਏ ਪੈਂਦਾ ਹੈ। ਕਹਿੰਦੇ ਗੁਰੂ ਕੇ ਸ਼ਬਦ ਰਾਹੀਂ ਹਉਮੈ ਨੂੰ ਮਾਰਿਆ ਜਾ ਸਕਦਾ ਹੈ, ਤਾਂ ਹੀ ਤੇਰਾ ਨਿਜ ਘਰ ਦੇ ਵਿੱਚ ਵਾਸਾ ਹੋ ਸਕਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾ ਕਾ ਦਾਸੋ। ਕਹਿੰਦੇ ਜਿਸ ਮਾਲਕ ਪਰਮਾਤਮਾ ਨੇ ਸਾਰੀ ਰਚਨਾ ਰਚੀ ਹੈ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਜੁੜ ਕੇ ਪਛਾਣ ਲੈਂਦਾ ਹੈ। ਕਹਿੰਦੇ ਉਹ ਮਨੁੱਖਾਂ ਦਾ ਨਾਨਕ ਵੀ ਦਾਸ ਹੈ। ਨਾਨਕ ਤਾ ਕਾ ਦਾਸੋ, ਜਿਸ ਨੇ ਗੁਰੂ ਦੇ ਸ਼ਬਦ ਰਾਹੀਂ ਜੁੜ ਕੇ ਉਸ ਸੱਚੇ ਮਾਲਕ ਪਰਮਾਤਮਾ ਦੀ ਪਹਿਚਾਣ ਨੂੰ ਆਪਣੇ ਅੰਦਰ ਨਿਰੰਤਰ ਜਗਾ ਰੱਖਿਆ ਹੈ ਇੱਕ ਰਸ ਦੇ ਵਿੱਚ, ਤਾਂ ਕਹਿੰਦੇ ਨਾਨਕ ਵੀ ਉਹਨਾਂ ਦਾ ਦਾਸ ਹੈ।
ਅਗਲਾ ਫੇਰ ਸਵਾਲ ਕਰ ਦਿੱਤਾ, ਕਹਿੰਦੇ ਕਹਾਂ ਤੇ ਆਵੈ ਕਹਾਂ ਇਹ ਜਾਵੈ, ਕਹਾਂ ਇਹ ਰਹਿ ਸਮਾਈ। ਕਹਿੰਦੇ ਜੀਵ ਕਿੱਥੋਂ ਆਉਂਦਾ ਹੈ ਜੀ, ਕਿੱਥੇ ਜਾਂਦਾ ਹੈ ਜੀ, ਤੇ ਇਹ ਜੀਵ ਕਿੱਥੇ ਟਿਕਿਆ ਰਹਿੰਦਾ ਹੈ, ਤੇ ਭਾਵ ਕਿ ਜੀਵਨ ਆਪਣਾ ਕਿਵੇਂ ਬਤੀਤ ਕਰਦਾ ਹੈ। ਤੁਸੀਂ ਇਸ ਗੱਲ ਦਾ ਜਵਾਬ ਦੇਵੋ। ਇਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਨਾ ਕਮਾਈ। ਕਹਿੰਦੇ ਜੋ ਇਹ ਗੱਲ ਸਮਝਾ ਦੇਵੇ, ਅਸੀਂ ਉਸ ਨੂੰ ਆਪਣਾ ਗੁਰੂ ਮੰਨ ਕੇ ਆਪਣੇ ਅੰਦਰ ਪੂਰਨ ਤੌਰ ਤੇ ਵਸਾ ਲਵਾਂਗੇ ਤੇ ਉਸ ਗੁਰੂ ਨੂੰ ਰਤਾ ਵੀ ਲੋਭ ਨਹੀਂ ਹੈ। ਕੌਣ ਹੈ ਐਸਾ ਜਿਹੜਾ ਸਾਡੇ ਮਨਾਂ ਦੇ ਵਿੱਚ ਘਰ ਘਰ ਜਾਵੇ, ਵੀ ਇਸ ਗੱਲ ਨੂੰ ਬਿਆਨ ਕਰ ਦੇਵੇ। ਅਰਥਾਵੇ ਦਾ ਅਰਥ ਹੈ ਸਮਝਾ ਦੇਵੇ, ਤਮਾਈ ਦਾ ਅਰਥ ਹੈ ਲਾਲਚ। ਕਹਿੰਦੇ ਜਿਸ ਗੁਰੂ ਦੇ ਵਿੱਚ ਤਿਲ ਜਿੰਨੀ ਵੀ ਤਮਾ ਨਹੀਂ ਹੈ, ਕਹਿੰਦੇ ਸਾਨੂੰ ਉਸ ਗਿਆਨ ਦੀ ਬਖਸ਼ਿਸ਼ ਕਰਾਓ। ਕਿਉਂ ਤਤੈ ਅਵਗਤੈ ਪਾਵੈ ਗੁਰਮੁਖ ਲੱਗੈ ਪਿਆਰੋ। ਜੀਵ ਜਗਤ ਦੇ ਇਸ ਮੂਲ ਅਦ੍ਰਿਸ਼ਟ ਪਰਮਾਤਮਾ ਨੂੰ ਕਿਵੇਂ ਮਿਲੇ, ਜਿਹੜਾ ਦਿਸਦਾ ਹੀ ਨਹੀਂ, ਮਿਲਣਾ ਵੀ ਉਸ। ਹੁਣ ਦਿਸਦੇ ਨੂੰ ਮਿਲਣਾ ਸੌਖਾ ਹੈ, ਪਰ ਜਿਹੜਾ ਹੈ ਹੀ ਅਣਦਿਸਦਾ ਉਸ ਨੂੰ ਮਿਲਣਾ ਬਹੁਤ ਔਖਾ ਹੈ। ਕਹਿੰਦੇ ਹੁਣ ਮਿਲਣਾ ਵੀ ਉਸ ਨੂੰ ਹੈ ਜਿਹੜਾ ਦਿਸਦਾ ਨਹੀਂ, ਫਿਰ ਕਿਵੇਂ ਮਿਲਿਆ ਜਾ ਸਕਦਾ ਹੈ। ਗੁਰੂ ਦੀ ਰਾਹੀਂ ਪਰਮਾਤਮਾ ਦੇ ਨਾਲ ਪਿਆਰ ਕਿਵੇਂ ਬਣੇਗਾ, ਗੁਰੂ ਦੇ ਰਾਹੀਂ ਪਰਮਾਤਮਾ ਨਾਲ ਪਿਆਰ ਕਿਵੇਂ ਬਣੇਗਾ, ਸਵਾਲ ਹੈ ਜੋਗੀਆਂ ਦਾ। ਸਾਡੇ ਵੀ ਬਹੁਤਿਆਂ ਦੇ ਸਵਾਲ ਹੋਣਗੇ। ਇੱਕ ਵਾਰੀ ਸਿੱਧ ਗੋਸ਼ਟ ਬਾਣੀ ਨੂੰ ਪਿਆਰ ਦੇ ਨਾਲ ਤੁਸੀਂ ਪੜ੍ਹ ਕੇ ਤਾਂ ਦੇਖੋ, ਸਾਡੇ ਸਵਾਲ ਮੁੱਕ ਜਾਣਗੇ। ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ। हे ਨਾਨਕ ਸਾਨੂੰ ਉਸ ਮਾਲਕ ਦੀ ਵਿਚਾਰ ਦੱਸ ਜਿਹੜਾ ਆਪੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਉਹਨਾਂ ਨੂੰ ਸੁਣਨ ਵਾਲਾ ਹੈ। ਆਪੇ ਸੁਰਤਾ ਆਪੇ ਕਰਤਾ, ਸਾਰਾ ਕੁਝ ਕਰਨ ਵਾਲਾ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਕਹਿੰਦੇ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ। ਕਹਿੰਦੇ ਜਿਹੜਾ ਜੀਵ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਜੁੜ ਕੇ ਰਹਿੰਦਾ ਹੈ, ਹੁਕਮ ਵਿੱਚ ਆਉਂਦਾ ਹੈ ਤੇ ਹੁਕਮ ਦੇ ਵਿੱਚ ਹੀ ਜਾਂਦਾ ਹੈ। ਹੁਕਮੇ ਰਹੇ ਸਮਾਈ, ਜੀਵ ਨੂੰ ਹੁਕਮ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ। ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਮਾਲਕ ਦੇ ਵਿੱਚ ਕਮਾਈ ਕਰਦਾ ਹੈ ਤੇ ਇਹੀ ਗੱਲ ਗੁਰੂ ਦੇ ਸ਼ਬਦ ਤੋਂ ਮਿਲਦੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਤੇ ਕਿੱਡਾ ਵੱਡਾ ਬੇਅੰਤ ਹੈ। ਇਹ ਸ਼ਬਦ ਦੇ ਰਾਹੀਂ ਸੋਝੀ ਪੈ ਜਾਂਦੀ ਹੈ, ਕਿਉਂਕਿ ਤੂੰ ਬੇਅੰਤ ਉਹ ਵਿਰਲਾ ਜਾਣ। ਜਪਜੀ ਸਾਹਿਬ ਵਿੱਚ ਇਸ ਦਾ ਕਹਿ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਅੰਤ ਨਾ ਅੰਤ, ਉਸ ਮਾਲਕ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਜਿਹੜਾ ਹੈ ਹੀ ਬੇਅੰਤ, ਉਹਦਾ ਅੰਤ ਕਿਵੇਂ ਪਾ ਲਵਾਂ। ਉਹਦੀਆਂ ਤਾਂ ਅਚਰਜਮਈ ਖੇਡਾਂ ਦਾ ਅੰਤ ਨਹੀਂ, ਉਸ ਦਾ ਅੰਤ ਤਾਂ ਬਹੁਤ ਦੂਰ ਦੀ ਗੱਲ ਹੈ ਨਾ। ਪਰ ਅੱਜ ਸਾਡੇ ਬਹੁਤੇ ਮੂਰਖ ਲਾਣਾ ਜਿਹੜਾ ਹੈ ਨਾ, ਉਹ ਅੰਤ ਪਾਉਣ ਲੱਗਿਆ ਹੋਇਆ। ਨਹੀਂ ਭਾਈ, ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਦਿ ਕੋ ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਬਾਸ ਲਿਆ। ਹੁਣ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਕੀਤੇ ਹੋਏ ਸਵਾਲਾਂ ਦਾ ਜਿਹੜਾ ਜਵਾਬ ਹੈ ਨਾ, 21 ਤੇ 22 ਨੰਬਰ ਪੌੜੀ ਦਾ, ਉਹ ਤਾਂ ਸੰਖੇਪ ਦੇ ਵਿੱਚ ਨਾਲ ਵਿਚਾਰ ਦੇ ਦਿੱਤੀ, ਪਰ ਉਹਦਾ ਸਾਰਾ ਨਿਚੋੜ ਅਗਲੀ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕਰ ਦਿੱਤਾ 23 ਨੰਬਰ ਦੇ ਵਿੱਚ। ਕੀ ਕਹਿੰਦੇ, ਆਦ ਕੋ ਵਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ। ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਚਰਜ ਹੀ ਕਿਹਾ ਜਾ ਸਕਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਸ੍ਰਿਸ਼ਟੀ ਦਾ ਮੁੱਢ ਕੀ ਸੀ। ਕਿਉਂਕਿ ਉਸ ਮਾਲਕ ਪਰਮਾਤਮਾ ਨੇ ਜਿਨ ਇਹ ਸ੍ਰਿਸ਼ਟ ਸਾਜੀ ਸੋਈ ਪ੍ਰਭ ਜਾਣਾ ਹੈ। ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹੀ ਜਾਣਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਇਹਦੇ ਵਿੱਚ ਉਕਾਈ ਨਹੀਂ। ਕਿਉਂਕਿ ਉਸ ਮਾਲਕ ਪਰਮਾਤਮਾ ਤੋਂ ਹੀ ਸਭ ਕੁਝ ਪੈਦਾ ਹੋਇਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਮਾਲਕ ਤੋਂ ਤਾਂ ਸਾਰਾ ਕੁਝ ਪੈਦਾ ਹੋਇਆ ਹੈ। ਫਿਰ ਉਸ ਦੀ ਵਿਚਾਰ ਜਿਹੜੀ ਹੈ ਉਸ ਨੂੰ ਅਚਰਜ ਕਿਹਾ ਜਾ ਸਕਦਾ ਹੈ।
ਤਦੋਂ ਉਹ ਇੱਕ ਰਸ ਅਫੁਰ ਪਰਮਾਤਮਾ ਦਾ ਹੀ ਆਪਣਾ ਆਪਾਸੀ ਨਿਰੰਤਰ ਵਾਸ ਲਿਆ। ਇੱਕ ਰਸ ਲਗਾਤਾਰ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ ਘਟ ਘਟ ਸਾਚਾ ਸਰਬ ਜੀਆਂ। ਕਹਿੰਦੇ ਗਿਆਨ ਦਾ ਜਿਹੜਾ ਅਸਲੀ ਸਾਧਨ ਹੈ ਉਹ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੈ। ਭਾਵ ਕਿ ਗਿਆਨ ਪ੍ਰਾਪਤ ਕਰਨ ਦੇ ਲਈ ਅਸਲੀ ਸਾਧਨ ਸਤਿਗੁਰੂ ਦੀ ਸ਼ਰਨ ਹੈ। ਸਤਿਗੁਰੂ ਦੀ ਸ਼ਰਨ ਵਿੱਚ ਹੀ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਤੇ ਹਰੇਕ ਘਟ ਵਿੱਚ ਸਾਰੇ ਜੀਵਾਂ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਮਾਲਕ ਆਪ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ, ਉਹ ਆਪ ਵਸਿਆ ਹੋਇਆ ਹੈ। ਤੇ ਜਿਹੜੀ ਉਹ ਜੋਤ ਹੈ ਉਹ ਸਾਰਿਆਂ ਦੇ ਵਿੱਚ ਵਸ ਰਹੀ ਹੈ, ਲਗਾਤਾਰ ਇੱਕ ਰਸ ਵਿਆਪਕ ਹੈ। ਗੁਰ ਬਚਨੀ ਅਵਗਿਤ ਸਮਾਈਐ ਤਤ ਨਿਰੰਜਨ ਸਹਿਜ ਲਹੈ। ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਅਦ੍ਰਿਸ਼ਟ ਹੈ, ਸਤਿਗੁਰੂ ਦੇ ਸ਼ਬਦ ਰਾਹੀਂ ਸਮਾਇਆ ਜਾ ਸਕਦਾ ਹੈ, ਉਸ ਵਿੱਚ ਵਸਿਆ ਜਾ ਸਕਦਾ ਹੈ, ਉਸ ਨੂੰ ਪਾਇਆ ਜਾ ਸਕਦਾ ਹੈ, ਜਿਸ ਦੇ ਨਾਲ ਉਹ ਅਡੋਲ ਅਵਸਥਾ ਵਿੱਚ ਟਿਕਿਆ ਜਗਤ ਦਾ ਮੂਲ ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਹੈ। ਨਿਰਅੰਜਨ ਦਾ ਅਰਥ ਹੈ, ਨਿਰ ਦਾ ਅਰਥ ਹੈ ਰਹਿਤ, ਅੰਜਨ ਦਾ ਅਰਥ ਹੈ ਸੁਰਮਾ। ਉਹ ਮਾਇਆ ਦੀ ਕਾਲਖ ਤੋਂ ਰਹਿਤ ਮਾਲਕ ਪਰਮਾਤਮਾ ਹੈ, ਜਿਹੜਾ ਸਾਨੂੰ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਲੱਭ ਜਾਂਦਾ ਹੈ। ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲਹੈ। ਉਸ ਨਿਰੰਜਨ ਮਾਲਕ ਪਰਮਾਤਮਾ ਨੂੰ ਲੱਭਣ ਦੇ ਲਈ ਗੁਰੂ ਦੇ ਬਚਨ ਉੱਤੇ ਤੁਰਨਾ ਹੀ ਅਸਲ ਸੇਵਾ ਹੈ। ਉਸ ਮਾਲਕ ਦੇ ਬਚਨਾਂ ਤੋਂ ਛੁੱਟ ਹੋਰ ਕੋਈ ਕਿਸੇ ਕੰਮ ਕਾਰਜ ਕਰਨ ਦੀ ਲੋੜ ਨਹੀਂ, ਕਿਸੇ ਕਿਸਮ ਦੀ ਕੋਈ ਵੀ ਤਕਨੀਕ ਤਰੀਕਾ ਅਪਣਾਉਣ ਦੀ ਲੋੜ ਨਹੀਂ। ਸਿਰਫ ਤੇ ਸਿਰਫ ਸਤਿਗੁਰੂ ਦੇ ਬਚਨ ਤੇ ਭਰੋਸਾ ਕਰੋ, ਉਹਨੂੰ ਖੋਜੋ। ਹੁਕਮ ਵਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ। ਕਹਿੰਦੇ ਹੁਕਮ ਮਾਲਕ ਪਰਮਾਤਮਾ ਦਾ ਮੰਨਣਾ ਅਚਰਜ ਖਿਆਲ ਹੈ। ਭਾਵ ਕਿ ਖਿਆਲ ਗੁਰੂ ਦੇ ਹੁਕਮ ਵਿੱਚ ਤੁਰਿਆ ਹੀ ਉਸ ਮਾਲਕ ਦੇ ਵਿੱਚ ਸਮਾਈਦਾ ਹੈ, ਕਿਉਂਕਿ ਹੈਰਾਨਗੀ ਪੈਦਾ ਕਰਨ ਵਾਲਾ ਹੈ। ਭਾਈ ਅਚਰਜ, ਵਾਹ ਵਾਹ ਹੀ ਕਿਹਾ ਨਾ, ਬਾਣੀ ਦੇ ਵਿੱਚ ਵੀ ਵਾਹ ਕਿਹਾ ਵੀ ਹੇ ਸਤਿਗੁਰੂ ਤੂੰ ਵਾਹ, ਇੰਨਾ ਕੋ ਵਿਸਮਾਦ ਹੈ ਕਿ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਅਚਰਜ ਹੈ। ਜਿੱਥੇ ਜਾ ਕੇ ਸ਼ਬਦਾਂ ਦੀ ਮੁਹਤਾਜੀ ਮੁੱਕ ਜਾਵੇ, ਉੱਥੇ ਜਾ ਕੇ ਉਹ ਮਾਲਕ ਪਰਮਾਤਮਾ ਨੂੰ ਵਾਹ ਕਿਹਾ ਗਿਆ ਹੈ। ਭਾਵ ਕਿ ਇਸ ਤੋਂ ਉੱਪਰ ਉਸ ਦੇ ਲਈ ਕੋਈ ਸ਼ਬਦ ਨਹੀਂ ਬਣੇ। ਜਿਵੇਂ ਵੰਡਰਫੁੱਲ, ਬਹੁਤ ਜ਼ਿਆਦਾ ਸੋਹਣਾ, ਉੱਥੇ ਕਹਿੰਦਾ ਵਾਹ ਅਚਰਜ। ਤੇ ਜੀ ਜੁਗਤ ਸੱਚ ਜਾਣੈ ਸੋਈ, ਕਹਿੰਦੇ ਸਿਰਫ ਤੇ ਸਿਰਫ ਉਸ ਮਾਲਕ ਦੇ ਵਿੱਚ ਹੁਕਮ ਪਛਾਣ ਕੇ ਹੀ ਸੱਚ ਨੂੰ ਜਾਣ ਸਕੀਦਾ ਹੈ, ਜਾਣ ਲਈਦਾ ਹੈ। ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਏ ਸੋਈ। ਕਹਿੰਦੇ ਜਿਹੜਾ ਆਪਾ ਭਾਵ ਮਿਟਾ ਕੇ ਉਸ ਮਾਲਕ ਦੇ ਵਿੱਚ ਵਸ ਜਾਂਦਾ ਹੈ, ਆਪਣੇ ਆਪ ਨੂੰ ਦੁਨੀਆ ਵਿੱਚ ਰਹਿੰਦਾ ਹੋਇਆ ਦੁਨੀਆ ਤੋਂ ਵੱਖਰਾ ਹੁੰਦਾ ਹੈ। ਰਹਿੰਦਾ ਦੁਨੀਆ ਵਿੱਚ ਹੀ ਹੈ ਪਰ ਦੁਨੀਆ ਤੋਂ ਵੱਖਰਾ ਹੈ। ਭਾਵ ਕਿ ਦੁਨੀਆ ਦੇ ਲੋਭ ਅਹੰਕਾਰ ਮੋਹ ਮਾਇਆ ਤੋਂ ਵੱਖਰਾ ਹੈ। ਉਹਨੇ ਇੱਕ ਅਚਰਜਮਈ ਜੀਵਨ ਆਪਣਾ ਬਤੀਤ ਕਰਨਾ ਹੈ ਜਿਹਦੇ ਗੁਰੂ ਗਿਆਨ ਵਿੱਚ ਜੁੜ ਕੇ। ਤੇ ਜਦੋਂ ਹੈ ਹੀ ਉਹ ਉਸ ਤੋਂ ਰਹਿਤ, ਤੇ ਫਿਰ ਐਸਾ ਜਿਹੜਾ ਜੀਵ ਹੈ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਤੇ ਫਿਰ ਉਹੀ ਜੋਗੀ ਕਿਹਾ ਜਾਂਦਾ, ਕਿਉਂਕਿ ਉਹਨੇ ਜੋਗ ਨੂੰ ਪਾ ਲਿਆ ਹੈ, ਸੱਚ ਸਦੀਵੀ ਜੋਗ ਨੂੰ ਪ੍ਰਾਪਤ ਕਰ ਲਿਆ ਹੈ। ਸੋ ਸਤਿਗੁਰੂ ਸਾਡੇ ਉੱਤੇ ਵੀ ਇਹ ਮਿਹਰਮਤ ਕਿਰਪਾ ਕਰਨ ਕਿ ਸਾਡਾ ਜਿਹੜਾ ਮਨ ਹੈ ਉਹ ਵੀ ਇਸ ਸੱਚੇ ਮਾਲਕ ਪਰਮਾਤਮਾ ਦੇ ਵਿੱਚ ਟਿਕ ਜਾਵੇ। ਫਿਰ ਹੀ ਸਾਡੇ ਅੰਦਰ ਸੱਚੇ ਮਾਲਕ ਪਰਮਾਤਮਾ ਦਾ ਜਿਹੜਾ ਵਾਸਾ ਹੈ ਉਹ ਹੋ ਸਕਦਾ ਹੈ। ਨਹੀਂ ਤੇ ਸਾਡਾ ਜੀਵਨ ਵੀ ਅਜਾਈਂ ਬਤੀਤ ਹੋ ਰਿਹਾ ਹੈ। ਤੇ ਕਰਮ ਕਾਂਡਾਂ ਤੋਂ ਬਾਹਰ ਨਿਕਲੀਏ,
ਆਪਣੇ ਜੀਵਨ ਨੂੰ ਗੁਰਮਤਿ ਦੇ ਅਨੁਸਾਰ ਹੀ ਬਣਾ ਕੇ ਜਿਉਣ ਦਾ ਬਲ ਸਿੱਖੀਏ ਤੇ ਸਾਰੀਆਂ ਦੁਬਿਧਾਵਾਂ ਨੂੰ ਛੱਡ ਕੇ ਸਿਰਫ ਤੇ ਸਿਰਫ ਇੱਕੋ ਗੁਰੂ ਬਚਨ ਨੂੰ ਮੰਨ ਲਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ। ਦੁਬਿਧਾ ਦੂਰ ਕਰੋ ਲਿਵ ਲਾਈ। ਇਕੱਠੇ ਹੋਵੋ, ਇੱਕ ਥਾਂ ਤੇ ਬੈਠੋ ਤੇ ਜਿਹੜੀਆਂ ਦੁਬਿਧਾਵਾਂ ਨੇ ਗੁਰੂ ਸ਼ਬਦ ਰੌਸ਼ਨੀ ਦੇ ਵਿੱਚ ਵਿਚਾਰ ਕੇ ਉਹਨਾਂ ਨੂੰ ਦੂਰ ਕਰੋ। ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਇਸ ਕਰਕੇ ਭਾਈ ਆਪਣਾ ਵਿਚਾਰ ਅਸੀਂ ਆਪ ਵਿਚਾਰਨਾ ਹੈ। ਸੋ ਇੰਨੀਆਂ ਕੁ ਵਿਚਾਰਾਂ ਆਪ ਸੰਗਤਾਂ ਦੇ ਸਨਮੁਖ ਹਨ। ਸੰਖੇਪ ਵਿਚਾਰ ਸਿੱਧ ਗੋਸ਼ਟ ਬਾਣੀ ਦੀ ਆਪਾਂ ਕਰ ਰਹੇ ਹਾਂ ਤਾਂ ਕਿ ਸਾਨੂੰ ਸੌਖਿਆਂ ਸਮਝ ਆ ਸਕੇ। ਇਸ ਬਾਣੀ ਨੂੰ ਆਪ ਪੜ੍ਹੋ, ਵਿਚਾਰੋ, ਚੱਲਣ ਦੀ ਕੋਸ਼ਿਸ਼ ਕਰੋ ਇਸ ਉੱਪਰ ਤਾਂ ਕਿ ਸਾਡਾ ਜੀਵਨ ਗੁਰਬਾਣੀ ਵਰਗਾ, ਸੁਭਾਅ ਗੁਰੂ ਸਾਹਿਬਾਨ ਜੀ ਵਰਗਾ ਬਣ ਜਾਵੇ। ਫਿਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ